ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। Welcome once again dear students. Today we will discuss further topic of the 6th chapter with entitled Manufacturing Industries. ਨੈਕਸਟ ਟੌਪਿਕ ਸਾਡੇ ਕੋਲ ਆ ਜਾਂਦਾ ਕਲਾਸੀਫਿਕੇਸ਼ਨ ਆਫ ਇੰਡਸਟਰੀਜ਼, ਜਿਸ ਵਿੱਚ ਅਸੀਂ ਅਲੱਗ-ਅਲੱਗ ਬੇਸ ਦੇ ਉੱਪਰ ਇੰਡਸਟਰੀਜ਼ ਦੀ ਕਲਾਸੀਫਿਕੇਸ਼ਨ ਕੀਤੀ ਹੋਈ ਹੈ। ਸਭ ਤੋਂ ਪਹਿਲਾਂ ਅਸੀਂ ਇੰਡਸਟਰੀ ਕਲਾਸੀਫਿਕੇਸ਼ਨ ਕੀਤੀ ਹੈ ਰॉ ਮਟੀਰੀਅਲ ਦੇ ਅਕੋਰਡਿੰਗ ਕਿ ਜਿਸ ਤਰ੍ਹਾਂ ਦਾ ਰॉ ਮਟੀਰੀਅਲ ਇੰਡਸਟਰੀ ਵਿੱਚ ਯੂਜ਼ ਕੀਤਾ ਜਾਂਦਾ ਹੈ। ਇਸ ਦੇ ਵਿੱਚ ਫਸਟ ਪੁਆਇੰਟ ਆ ਜਾਂਦਾ ਹੈ ਐਗਰੋ ਬੇਸਡ ਇੰਡਸਟਰੀਜ਼, ਸੈਕਿੰਡ ਆਉਂਦਾ ਹੈ ਮਿਨਰਲ ਬੇਸਡ ਇੰਡਸਟਰੀਜ਼। ਐਗਰੋ ਬੇਸਡ ਇੰਡਸਟਰੀਜ਼ ਉਹ ਹੁੰਦੀ ਹੈ ਜਿਸ ਇੰਡਸਟਰੀ ਵਿੱਚ ਰॉ ਮਟੀਰੀਅਲ ਖੇਤੀਬਾੜੀ ਤੋਂ ਪ੍ਰਾਪਤ ਕੀਤਾ ਜਾਂਦਾ ਹੈ। ਇਸ ਦੇ ਵਿੱਚ ਅਸੀਂ ਕੋਟਨ, ਵੂਲਨ, ਜੂਟ, ਸਿਲਕ, ਟੈਕਸਟਾਈਲ, ਰਬਰ, ਸ਼ੂਗਰ, ਟੀ, ਕੌਫੀ ਐਕਸੈਕਟਰਾ ਸਾਰੀਆਂ ਜਾਂ ਈਡੀਬਲ ਆਇਲ ਸਾਰੀਆਂ ਐਗਜ਼ਾਮਪਲਸ ਲਿਖ ਸਕਦੇ ਹਾਂ ਕਿ ਇਹਨਾਂ ਇੰਡਸਟਰੀਆਂ ਕੋਈ ਤੇਲ ਬਣਾਉਂਦੀ ਆ, ਕੱਪੜਾ ਬਣਾਉਂਦੇ ਆ, ਵੂਲ ਬਣਾਉਂਦੀ ਇੰਡਸਟਰੀ ਆ, ਇਹ ਸਾਰਾ ਰॉ ਮਟੀਰੀਅਲ ਇਹ ਐਗਰੀਕਲਚਰ ਤੋਂ ਪ੍ਰਾਪਤ ਕਰਦੀਆਂ ਹੈ। ਸੈਕਿੰਡ ਸਾਡੇ ਕੋਲ ਆ ਜਾਂਦਾ ਮਿਨਰਲ ਬੇਸਡ ਇੰਡਸਟਰੀਜ਼। ਮਿਨਰਲ ਬੇਸਡ ਇੰਡਸਟਰੀ ਉਹ ਇੰਡਸਟਰੀ ਹੁੰਦੀ ਆ ਜੋ ਆਪਣਾ ਰॉ ਮਟੀਰੀਅਲ ਮਿਨਰਲ ਤੋਂ, ਜਿਵੇਂ ਕੋਈ ਆਇਰਨ, ਸੀਮੈਂਟ, ਮਸ਼ੀਨ, ਟੂਲ, ਅਲਮੀਨੀਅਮ, ਗੋਲਡ ਐਕਸੈਕਟਰਾ, ਜੋ ਆਪਣਾ ਮਿਨਰਲ ਦੇ ਉੱਪਰੋਂ ਰॉ ਮਟੀਰੀਅਲ ਪ੍ਰਾਪਤ ਕਰਦੀਆਂ ਨੇ। ਨੈਕਸਟ ਕਲਾਸੀਫਿਕੇਸ਼ਨ ਕੀਤੀ ਗਈ ਹੈ ਇਹਨਾਂ ਦੇ ਮੇਨ ਰੋਲ ਦੇ ਅਕੋਰਡਿੰਗ। ਇੱਕ ਆ ਜਾਂਦੀ ਹੈ ਸਾਡੇ ਕੋਲ ਬੇਸਿਕ ਔਰ ਦੂਸਰੀ ਆ ਜਾਂਦੀ ਹੈ ਕੰਜ਼ਿਊਮਰ ਇੰਡਸਟਰੀਜ਼। ਬੇਸਿਕ ਇੰਡਸਟਰੀਜ਼ ਉਹ ਹੁੰਦੀ ਹੈ ਜੋ ਇੱਕ ਇੰਡਸਟਰੀ ਦੂਸਰੀ ਇੰਡਸਟਰੀ ਵਾਸਤੇ ਰॉ ਮਟੀਰੀਅਲ ਤਿਆਰ ਕਰਦੀ ਆ। ਜਿਵੇਂ ਆਇਰਨ ਕੱਢਿਆ, ਰॉ ਆਇਰਨ ਨੂੰ ਉਹਨਾਂ ਨੇ ਮੈਲਟ ਕਰਕੇ ਇਹਦੇ ਵਿੱਚ ਜੋ ਇੰਪਿਓਰਿਟੀ ਸੀ ਉਹਨੂੰ ਅਲੱਗ ਕਰਕੇ ਆਇਰਨ ਇੰਡਸਟਰੀ ਨੂੰ ਸਾਫ਼ ਆਇਰਨ ਸੇਲ ਕਰ ਦਿੱਤਾ। ਇਹ ਹੋ ਜਾਂਦੀ ਹੈ ਬੇਸਿਕ, ਇੱਕ ਇੰਡਸਟਰੀ ਵੱਲੋਂ ਦੂਸਰੀ ਇੰਡਸਟਰੀ ਵਾਸਤੇ ਰॉ ਮਟੀਰੀਅਲ ਤਿਆਰ ਕਰਕੇ ਉਹਨਾਂ ਨੂੰ ਦੇ ਦੇਣਾ। ਕੰਜ਼ਿਊਮਰ ਇੰਡਸਟਰੀਜ਼ ਉਹ ਹੁੰਦੀਆਂ ਨੇ ਜੋ ਕਿ ਆਪਣੀ ਇੰਡਸਟਰੀ ਵਿੱਚ ਤਿਆਰ ਕੀਤਾ ਹੋਇਆ ਗਿਆ ਸਮਾਨ ਦੂਸਰੀ ਇੰਡਸਟਰੀ ਨੂੰ ਨਹੀਂ ਦਿੰਦੀਆਂ, ਬਲਕਿ ਸਿੱਧਾ ਆਪਣੇ ਕੰਜ਼ਿਊਮਰ ਨੂੰ, ਗ੍ਰਾਹਕਾਂ ਨੂੰ ਭੇਜ ਦਿੰਦੀਆਂ ਨੇ। ਨੈਕਸਟ ਕਲਾਸੀਫਿਕੇਸ਼ਨ ਕੀਤੀ ਗਈ ਹੈ ਇਹਦੀ ਇਨਵੈਸਟਮੈਂਟ ਦੇ ਆਧਾਰ 'ਤੇ ਕਿ ਇਸ ਦੇ ਵਿੱਚ ਪੂੰਜੀ ਨਿਵੇਸ਼ ਪੈਸਾ ਕਿੰਨਾ ਲਗਾਇਆ ਗਿਆ ਹੈ। ਇਸ ਦੇ ਆਧਾਰ 'ਤੇ 2 ਟਾਈਪਸ ਦੇ ਵਿੱਚ ਇਹਦੀ ਕਲਾਸੀਫਿਕੇਸ਼ਨ ਕੀਤੀ ਗਈ ਹੈ, ਸਮਾਲ ਸਕੇਲ ਇੰਡਸਟਰੀਜ਼, ਲਾਰਜ ਸਕੇਲ ਇੰਡਸਟਰੀਜ਼। ਸਮਾਲ ਸਕੇਲ ਇੰਡਸਟਰੀਜ਼ ਹੁੰਦੀਆਂ ਜਿਨ੍ਹਾਂ ਦੇ ਵਿੱਚ ਸਾਡੀ ਕੋਸ਼ਿਸ਼ ਹੁੰਦਾ ਕਿ ਅਸੀਂ ਘੱਟ ਤੋਂ ਘੱਟ ਇਹਦੇ ਵਿੱਚ ਇਨਵੈਸਟਮੈਂਟ ਕਰੀਏ, ਘੱਟ ਜਿਹੜਾ ਪੈਸਾ ਲਗਾਈਏ। ਔਰ ਲਾਰਜ ਸਕੇਲ ਇੰਡਸਟਰੀ ਦੇ ਵਿੱਚ ਅਸੀਂ ਵੱਧ ਤੋਂ ਵੱਧ ਆਪਣਾ ਪੈਸਾ ਲਗਾਇਆ ਹੁੰਦਾ ਹੈ ਕਿ ਅਸੀਂ ਜਿੰਨਾ ਵੀ ਜ਼ਿਆਦਾ ਇੱਥੇ ਇਨਵੈਸਟ ਕਰਾਂਗੇ ਉਨੀ ਪ੍ਰੋਡਕਸ਼ਨ ਵਧਣ ਦੇ ਨਾਲ ਬੈਨੀਫਿਟ ਵੀ ਜ਼ਿਆਦਾ ਹੋਏਗਾ। ਇਹ ਹੁਣ ਹਰੇਕ ਆਦਮੀ ਨੇ ਆਪਣੀ ਅਪਰੋਚ ਵੇਖਣੀ ਹੁੰਦੀ ਹੈ ਕਿ ਉਹ ਕਿੰਨਾ ਪੈਸਾ ਲਗਾ ਸਕਦਾ ਹੈ। ਸੋ ਇਸ ਦੇ ਅਕੋਰਡਿੰਗ ਇਹਨਾਂ ਦੇ ਅਸੀਂ ਲਾਰਜ ਸਕੇਲ ਔਰ ਸਮਾਲ ਸਕੇਲ ਇੰਡਸਟਰੀ ਵਿੱਚ ਡਿਵੀਜ਼ਨ ਕਰ ਸਕਦੇ ਹਾਂ। ਇਸ ਇਨਵੈਸਟਮੈਂਟ ਦੀ ਲਿਮਿਟ ਆਦਮੀ ਵੱਲੋਂ, ਐਂਟਰਪ੍ਰੈਨਰਸ ਵੱਲੋਂ ਆਪਣੇ ਟਾਈਮ ਦੇ ਨਾਲ ਘਟਾ ਜਾਂ ਵਧਾ ਲਈ ਜਾਂਦੀ ਹੈ। ਜਿਸ ਹਿਸਾਬ ਨਾਲ ਉਹਦੇ ਕੋਲ ਪ੍ਰੋਫਿਟ ਹੋਵੇ ਉਸ ਹਿਸਾਬ ਨਾਲ ਉਹ ਇਸ ਲਿਮਿਟ ਨੂੰ ਐਕਸਟੈਂਡ ਵੀ ਕਰ ਸਕਦਾ ਹੈ, ਇਨਕਰੀਜ਼ ਵੀ ਕਰ ਸਕਦਾ ਹੈ, ਡਿਕਰੀਜ਼ ਵੀ ਕਰ ਸਕਦਾ ਹੈ। ਪ੍ਰੈਜੈਂਟ ਟਾਈਮ 'ਤੇ ਦੇਖਿਆ ਜਾਏ ਕਿ ਇੱਕ ਸਮਾਲ ਇੰਡਸਟਰੀ ਉਸ ਨੂੰ ਮੰਨਿਆ ਜਾਂਦਾ ਹੈ ਜਿਸ ਦੇ ਵਿੱਚ ਐਂਟਰਪ੍ਰੈਨਰ ਵੱਲੋਂ ਵੱਧ ਤੋਂ ਵੱਧ ਜਿਹੜਾ 1 ਕਰੋੜ ਦੀ ਇਨਵੈਸਟਮੈਂਟ ਕੀਤੀ ਜਾਂਦੀ ਹੈ। ਨੈਕਸਟ ਸਾਡੇ ਕੋਲ ਆ ਜਾਂਦੇ ਆ ਓਨਰਸ਼ਿਪ। ਮਾਲਕੀ ਦੇ ਆਧਾਰ 'ਤੇ ਅਸੀਂ ਇੰਡਸਟਰੀ ਨੂੰ 4 ਪਾਰਟਸ ਦੇ ਵਿੱਚ ਡਿਵਾਈਡ ਕਰ ਸਕਦੇ ਹਾਂ। ਇੱਕ ਆ ਜਾਂਦੀਆਂ ਸਾਡੇ ਕੋਲ ਪਬਲਿਕ ਇੰਡਸਟਰੀਜ਼। ਪਬਲਿਕ ਇੰਡਸਟਰੀਜ਼ ਉਹ ਇੰਡਸਟਰੀਜ਼ ਹੁੰਦੀਆਂ ਜਿਨ੍ਹਾਂ ਦੇ ਉੱਪਰ ਗੌਰਮੈਂਟ ਵੱਲੋਂ ਕੰਟਰੋਲ ਕੀਤਾ ਜਾਂਦਾ ਕਿ ਇਹ ਸਰਕਾਰੀ ਉਦਯੋਗ ਹੁੰਦੇ ਨੇ। ਸੈਕਿੰਡ ਆ ਜਾਂਦਾ ਪ੍ਰਾਈਵੇਟ ਇੰਡਸਟਰੀਜ਼ ਉਹ ਹੁੰਦੀਆਂ ਨੇ ਜਿਨ੍ਹਾਂ ਦੇ ਉੱਪਰ ਕਿਸੇ ਇੱਕ ਪਰਸਨ ਦਾ, ਕਿਸੇ ਇੱਕ ਫੈਮਿਲੀ ਦਾ ਜਾਂ 2-4 ਪਰਸਨਸ ਜਿਨ੍ਹਾਂ ਨੇ ਰਲ ਕੇ ਇੰਡਸਟਰੀਜ਼ ਖੋਲ੍ਹੀ ਹੋਵੇ ਉਹਨਾਂ ਲੋਕਾਂ ਦਾ ਆਪਣਾ ਕੰਟਰੋਲ ਹੁੰਦਾ ਹੈ। ਇਸ ਇੰਡਸਟਰੀ ਵੱਲੋਂ ਜੋ ਵੀ ਪ੍ਰੋਫਿਟ ਕੀਤਾ ਜਾਏਗਾ ਇਹ ਸਾਰਾ ਹੀ ਇਹਨਾਂ ਵੱਲੋਂ ਆਪਸ ਵਿੱਚ ਡਿਵਾਈਡ ਕੀਤਾ ਜਾਏਗਾ। ਇਸ ਦੇ ਵਿੱਚ ਗੌਰਮੈਂਟ ਦਾ ਕੋਈ ਵੀ ਸ਼ੇਅਰ ਨਹੀਂ ਹੋਵੇਗਾ। ਨੈਕਸਟ ਇੰਡਸਟਰੀਜ਼ ਕਲਾਸੀਫਿਕੇਸ਼ਨ ਸਾਡੇ ਕੋਲ ਆ ਜਾਂਦੀ ਆ ਜੁਆਇੰਟ ਸੈਕਟਰ। ਜੁਆਇੰਟ ਸੈਕਟਰ ਵਿੱਚ ਜੋ ਇੰਡਸਟਰੀਜ਼ ਹੁੰਦੀ ਆ ਉਹਦੇ ਵਿੱਚ ਇੱਕ ਆਦਮੀ ਵੱਲੋਂ ਜੋ ਸਾਡੀ ਸਟੇਟ ਦਾ ਜਾਂ ਕਿਸੇ ਵੀ ਸਟੇਟ ਦਾ ਅਮੀਰ ਆਦਮੀ ਹੋਵੇ ਉਸ ਦੇ ਵੱਲੋਂ ਗੌਰਮੈਂਟ ਦੇ ਨਾਲ ਰਲ ਕੇ, ਸਟੇਟ ਗੌਰਮੈਂਟ ਦੇ ਨਾਲ ਰਲ ਕੇ ਕੰਪਨੀ ਖੋਲ੍ਹੀ ਜਾਂਦੀ ਹੈ, ਜਿਸ ਦੇ ਵਿੱਚ ਜੋ ਵੀ ਪ੍ਰੋਫਿਟ ਹੁੰਦਾ ਫਿਰ ਸਟੇਟ ਗੌਰਮੈਂਟ ਵੱਲੋਂ ਔਰ ਉਸ ਪਰਸਨ ਵੱਲੋਂ ਸ਼ੇਅਰ ਕੀਤਾ ਜਾਂਦਾ ਹੈ। ਨੈਕਸਟ ਸਾਡੇ ਕੋਲ ਆ ਜਾਂਦੀ ਹੈ ਕੋਆਪਰੇਟਿਵ ਸੈਕਟਰ। ਇਸ ਤਰ੍ਹਾਂ ਦੀ ਇੰਡਸਟਰੀ ਦੇ ਵਿੱਚ ਪ੍ਰੋਡਕਸ਼ਨ ਕਰਨ ਵਾਲੇ ਮਾਲਕ ਵੱਲੋਂ ਹੀ ਆਪਣੇ ਵਰਕਰ ਦੀ ਹੈਲਪ ਦੇ ਨਾਲ ਇੰਡਸਟਰੀ ਖੋਲ੍ਹ ਲਈ ਜਾਂਦੀ ਹੈ। ਜਿਵੇਂ ਆਪਾਂ ਆਪਣੇ ਘਰ ਦੇ ਵਿੱਚ ਮਿਲਕ ਪ੍ਰਾਪਤ ਕਰਨ ਵਾਸਤੇ ਡੇਅਰੀ ਫਾਰਮਸ ਬਣਾਏ ਨੇ, ਇੱਕ ਮਾਲਕ ਵੱਲੋਂ ਆਪ ਹੀ ਜਿਹੜਾ ਡੇਅਰੀ ਫਾਰਮ ਦੇ ਉੱਪਰ ਗਾਵਾਂ ਤੋਂ ਦੁੱਧ ਪ੍ਰਾਪਤ ਕਰ ਲਿਆ, ਉਸ ਦੁੱਧ ਤੋਂ ਬਾਅਦ ਆ ਪਨੀਰ ਬਣਾ ਕੇ ਜਾਂ ਉਹਦਾ ਕਰਡ ਬਣਾ ਕੇ ਜਾਂ ਹੋਰ ਜੋ ਮਿਲਕ ਪ੍ਰੋਡਕਟ ਬਣਾ ਕੇ ਸੇਲ ਕਰਦੇ ਨੇ, ਉਹ ਇਹਨਾਂ ਨੂੰ ਅਸੀਂ ਕੋਆਪਰੇਟਿਵ ਇੰਡਸਟਰੀ ਵਿੱਚ ਇਨਕਲੂਡ ਕਰ ਸਕਦੇ ਹਾਂ ਕਿ ਇੱਕ ਪ੍ਰੋਡਿਊਸਰ ਵੱਲੋਂ ਖੁਦ ਹੀ ਉਸ ਮਟੀਰੀਅਲ ਨੂੰ ਯੂਜ਼ ਕਰਕੇ ਆਪਣੀ ਕੰਪਨੀ ਤਿਆਰ ਕਰ ਲਈ ਜਾਂਦੀ, ਉਸ ਵਿੱਚ ਯੂਜ਼ ਕਰਕੇ ਪ੍ਰੋਡਕਟ ਤਿਆਰ ਕਰਕੇ ਅੱਗੇ ਮਾਰਕੀਟ ਵਿੱਚ ਸੇਲ ਕਰ ਲਏ ਜਾਂਦੇ ਆ। ਲਾਸਟ ਕਲਾਸੀਫਿਕੇਸ਼ਨ ਅਸੀਂ ਕਰ ਸਕਦੇ ਹਾਂ ਇਸ ਦੇ ਬਲਕ ਔਰ ਇਸ ਦੇ ਵੇਟ ਦੇ ਆਧਾਰ 'ਤੇ।
ਵੇਟ ਦੇ ਆਧਾਰ 'ਤੇ ਜੋ ਵੀ ਫਾਈਨਲ ਪ੍ਰੋਡਕਟ ਤਿਆਰ ਕੀਤੇ ਜਾਂਦੇ ਆ, ਕਿਵੇਂ ਦੇ ਉਹ ਪ੍ਰੋਡਕਟ ਸਮੋਲ ਆ ਜਾਂ ਹੈਵੀ ਆ, ਲਾਰਜ ਆ, ਇਹਨਾਂ ਦੇ ਆਧਾਰ 'ਤੇ ਅਸੀਂ 2 ਟਾਈਪਸ ਦੀ ਕਲਾਸੀਫਿਕੇਸ਼ਨ ਕਰ ਸਕਦੇ ਹਾਂ। ਵਨ ਇਜ਼ ਹੈਵੀ ਇੰਡਸਟਰੀਜ਼, ਸੈਕਿੰਡ ਇਜ਼ ਲਾਈਟ ਇੰਡਸਟਰੀਜ਼। ਹੈਵੀ ਇੰਡਸਟਰੀਜ਼ ਜਿਸ ਦੇ ਵਿੱਚ ਐਰੋਪਲੇਨ, ਰੇਲਵੇ, ਕੋਚ, ਸ਼ਿਪ ਐਕਸੈਕਟਰਾ ਵੱਡੀਆਂ ਚੀਜ਼ਾਂ ਤਿਆਰ ਕੀਤੀਆਂ ਜਾਂਦੀਆਂ ਨੇ। ਲਾਈਟ ਇੰਡਸਟਰੀਜ਼ ਜਿਨ੍ਹਾਂ ਦੇ ਵਿੱਚ ਕੁਝ ਹੌਲੇ ਔਰ ਛੋਟੇ ਪ੍ਰੋਡਕਟ ਤਿਆਰ ਕੀਤੇ ਜਾਂਦੇ ਹਨ, ਜਿਵੇਂ ਕਿ ਇਲੈਕਟ੍ਰੀਕਲ ਦੀਆਂ ਕੁਝ ਫਰਿੱਜ ਹੋ ਗਿਆ, ਸਵਿੱਚ ਹੋ ਗਏ, ਵਾਇਰਸ ਹੋ ਗਈਆਂ, ਅਜਿਹੇ ਕੁਝ ਵੀ ਪ੍ਰੋਡਕਟ ਤਿਆਰ ਕੀਤੇ ਜਾਂਦੇ ਛੋਟੇ, ਉਹਨਾਂ ਨੂੰ ਅਸੀਂ ਲਾਈਟ ਇੰਡਸਟਰੀ ਵਿੱਚ ਇਨਕਲੂਡ ਕਰਦੇ ਹਾਂ। ਸਟੂਡੈਂਟਸ, first we classify the various industries based on a particular criterion. Now we will discuss these industries in detail. First we have agro-based industries, an industry that get raw material from the agriculture. In this type of industries, cotton, jute, silk, woolen, textile, sugar and edible oil etc. industries are included. In agro-based industries, first of all we talk about textile industry. ਟੈਕਸਟਾਈਲ ਇੰਡਸਟਰੀ ਇੱਕ ਅਜਿਹੀ ਇੰਡਸਟਰੀ ਹੈ ਜੋ ਕਿ ਬਾਕੀ ਇੰਡਸਟਰੀਜ਼ ਨਾਲੋਂ ਇੱਕ ਵੱਖਰੀ ਪੋਜੀਸ਼ਨ ਇੰਪੋਰਟੈਂਸ ਰੱਖਦੀ ਹੈ। ਕਿਉਂਕਿ ਇਸ ਇੰਡਸਟਰੀ ਨੇ ਬਹੁਤ ਸਾਰੇ ਲੋਕਾਂ ਨੂੰ ਇੰਪਲੋਇਮੈਂਟ ਦਿੱਤੀ ਹੋਈ ਆ ਐਂਡ ਇਸ ਇੰਡਸਟਰੀਜ਼ ਵੱਲੋਂ ਜੋ ਵੀ ਪ੍ਰੋਡਕਸ਼ਨ ਕੀਤੀ ਜਾਂਦੀ ਹੈ ਉਹ ਬਾਕੀ ਇੰਡਸਟਰੀ ਨਾਲੋਂ ਬਹੁਤ ਜ਼ਿਆਦਾ ਹੈ, ਜਿਸ ਕਰਕੇ ਜ਼ਿਆਦਾ ਪ੍ਰੋਡਕਸ਼ਨ ਹੁੰਦਾ ਕਰਕੇ ਇਹਦੇ ਪ੍ਰੋਡਕਟ ਫੋਰਨ ਨੂੰ ਐਕਸਪੋਰਟ ਕਰ ਦਿੱਤੇ ਜਾਂਦੇ ਆ। ਮੇਨ ਤੌਰ 'ਤੇ ਇਸ ਇੰਡਸਟਰੀ ਦਾ ਸੰਬੰਧ ਕਲੋਥ ਮੈਨੂਫੈਕਚਰਿੰਗ ਦੇ ਨਾਲ ਹੈ। ਟੈਕਸਟਾਈਲ ਇੰਡਸਟਰੀ ਦੇ ਵਿੱਚ ਸਾਡੇ ਕੋਲ ਨੈਕਸਟ ਪੁਆਇੰਟ ਆ ਜਾਂਦਾ ਹੈ ਕਾਟਨ ਟੈਕਸਟਾਈਲ। ਇਨੀਸ਼ੀਅਲ ਬ੍ਰਿਟਿਸ਼ ਪੀਰੀਅਡ ਦੀ ਅਸੀਂ ਗੱਲ ਕਰੀਏ ਤਾਂ ਕਾਟਨ ਟੈਕਸਟਾਈਲ ਇੰਡਸਟਰੀ ਤਕਰੀਬਨ ਆਲਮੋਸਟ ਹਰ ਘਰ ਦੇ ਵਿੱਚ ਹੁੰਦੀ ਸੀ। ਹਰੇਕ ਘਰ ਦੇ ਵਿੱਚ ਚਰਖਾ ਹੁੰਦਾ ਸੀ। ਚਰਖੇ ਦੀ ਹੈਲਪ ਨਾਲ ਆਪਣੇ ਘਰ ਦੇ ਵਿੱਚ ਹੀ ਕਲੋਥ, ਕਾਰਪਟ, ਕਰਟਨਸ, ਪਿੱਲੋਸ ਜਾਂ ਹੋਰ ਕਲੋਥ ਦੇ ਪ੍ਰੋਡਕਟ ਤਿਆਰ ਕਰ ਲਏ ਜਾਂਦੇ ਸਨ। ਮਾਡਰਨਾਈਜੇਸ਼ਨ ਦੇ ਨਾਲ ਇਸ ਇੰਡਸਟਰੀ ਦੇ ਵਿੱਚ ਚੇਂਜਿਸ ਆਉਂਦੀਆਂ ਗਈਆਂ। ਇਹਦੇ ਅਲੱਗ-ਅਲੱਗ ਇੰਸਟਰੂਮੈਂਟ ਡਿਵੈਲਪ ਹੁੰਦੇ ਗਏ। ਸਭ ਤੋਂ ਪਹਿਲਾ ਪੁਆਇੰਟ ਸਾਡੇ ਕੋਲ ਇਸ ਦੇ ਵਿੱਚ ਆ ਜਾਂਦਾ ਕਿ ਸਭ ਤੋਂ ਪਹਿਲੀ ਕਾਟਨ ਟੈਕਸਟਾਈਲ ਮਿਲ 1854 ਦੇ ਵਿੱਚ ਮੁੰਬਈ ਦੇ ਵਿੱਚ ਬ੍ਰਿਟਿਸ਼ ਵੱਲੋਂ ਲਗਾਈ ਗਈ। ਸੈਕਿੰਡ ਪੁਆਇੰਟ ਆ ਜਾਂਦਾ ਹੈ ਦਾ ਕਾਟਨ ਟੈਕਸਟਾਈਲ ਇਜ਼ ਮੇਨਲੀ ਲੋਕੇਟਡ ਇਨ ਮਹਾਰਾਸ਼ਟਰ ਐਂਡ ਗੁਜਰਾਤ। ਕਾਟਨ ਟੈਕਸਟਾਈਲ ਦੀਆਂ ਇੰਡਸਟਰੀਜ਼ ਜ਼ਿਆਦਾਤਰ ਮੇਨ ਕਰਕੇ ਮਹਾਰਾਸ਼ਟਰ ਔਰ ਗੁਜਰਾਤ ਦੇ ਵਿੱਚ ਲਗਾਈਆਂ ਗਈਆਂ ਸਨ। ਕਿਉਂ ਲਗਾਈਆਂ ਗਈਆਂ ਸਨ? ਕਿਉਂਕਿ ਇਹਦੇ ਕੁਝ ਰੀਜ਼ਨ ਸਨ। ਸਭ ਤੋਂ ਪਹਿਲਾ ਰੀਜ਼ਨ ਕੀ ਆ ਜਾਂਦਾ ਅਵੇਲੇਬਿਲਿਟੀ ਆਫ ਰॉ ਕਾਟਨ ਐਜ਼ ਬਲੈਕ ਕਾਟਨ ਸੋਇਲ ਇਜ਼ ਪ੍ਰੈਜੈਂਟ। ਜਿਵੇਂ ਕਿ ਸਾਨੂੰ ਪਤਾ ਕਿ ਕਾਟਨ ਸਭ ਤੋਂ ਵਧੀਆ ਬਲੈਕ ਸੋਇਲ ਦੇ ਵਿੱਚ ਉਗਾਇਆ ਜਾ ਸਕਦਾ ਹੈ। ਬਲੈਕ ਸੋਇਲ ਮਹਾਰਾਸ਼ਟਰ ਔਰ ਗੁਜਰਾਤ ਦੇ ਵਿੱਚ ਅਵੇਲੇਬਲ ਸੀ, ਇਸ ਕਰਕੇ ਇਸ ਜਗ੍ਹਾ ਦੇ ਉੱਪਰ ਕਾਟਨ ਟੈਕਸਟਾਈਲ ਮਿਲਸ ਲਗਾਈਆਂ ਗਈਆਂ। ਇੱਥੇ ਹੀ ਕਾਟਨ ਉਗਾਇਆ ਗਿਆ। ਕਿਉਂਕਿ ਅਸੀਂ ਮਿਲ ਕਿਤੇ ਹੋਰ ਦੂਰ ਜਾ ਕੇ ਲਗਾ ਲਈਏ, ਉੱਥੇ ਰॉ ਮਟੀਰੀਅਲ ਨਾ ਹੋਵੇ, ਫਿਰ ਸਾਨੂੰ ਟਰਾਂਸਪੋਰਟ ਦਾ ਜ਼ਿਆਦਾ ਖਰਚਾ ਭਰਨਾ ਪਏਗਾ। ਇਸ ਕਰਕੇ ਇੱਥੇ ਕਾਟਨ ਉਗਾਇਆ ਜਾਂਦਾ ਸੀ, ਇੱਥੇ ਹੀ ਮਿਲਸ ਐਸਟੈਬਲਿਸ਼ ਕੀਤੀਆਂ ਗਈਆਂ। ਸੈਕਿੰਡ ਪੁਆਇੰਟ ਆ ਜਾਂਦਾ ਹੈ ਗੁੱਡ ਟਰਾਂਸਪੋਰਟ ਫੈਸਿਲਿਟੀ ਇਨਕਲੂਡਿੰਗ ਦਾ ਪੋਰਟ ਫੈਸਿਲਿਟੀਜ਼। ਕਹਿੰਦੇ ਰॉ ਮਟੀਰੀਅਲ ਨੂੰ ਮਿਲਸ ਤੱਕ ਲਿਆਉਣ ਵਾਸਤੇ ਇੱਥੇ ਟਰਾਂਸਪੋਰਟ ਦੀ ਫੈਸਿਲਿਟੀਜ਼ ਕਾਫੀ ਵਧੀਆ ਸੀ। ਇਸ ਤੋਂ ਇਲਾਵਾ ਜੋ ਵੀ ਅਸੀਂ ਕਾਟਨ ਦੇ ਪ੍ਰੋਡਕਟ ਤਿਆਰ ਕਰ ਲਏ ਜਾਂਦੇ ਸੀ, ਦੂਸਰੇ ਦੇਸ਼ਾਂ ਨੂੰ ਭੇਜਣ ਵਾਸਤੇ, ਐਕਸਪੋਰਟ ਕਰਨ ਵਾਸਤੇ ਸਾਨੂੰ ਪੋਰਟ, ਸਮੁੰਦਰੀ ਬੰਦਰਗਾਹ ਅਵੇਲੇਬਲ ਸੀ। ਸ਼ਿਪ ਰਾਹੀਂ ਅਸੀਂ ਸ਼ਿਪ ਦੀ ਹੈਲਪ ਦੇ ਨਾਲ ਦੂਸਰੇ ਦੇਸ਼ਾਂ ਨੂੰ ਇਸ ਦਾ ਐਕਸਪੋਰਟ ਕਰਨਾ ਈਜੀ ਸੀ। ਥਰਡ ਆ ਜਾਂਦਾ ਸਾਡੇ ਕੋਲ ਅਵੇਲੇਬਿਲਿਟੀ ਆਫ ਲੇਬਰ। ਕਾਟਨ ਟੈਕਸਟਾਈਲ ਇੰਡਸਟਰੀ ਵਾਸਤੇ ਕਹਿੰਦੇ ਜੋ ਲੇਬਰ ਚਾਹੀਦੀ ਆ ਉਹ ਵੀ ਇਸ ਜਗ੍ਹਾ ਦੇ ਉੱਪਰ ਲੇਬਰ ਅਵੇਲੇਬਲ ਸੀ, ਜੋ ਕਿ ਮਿਲਸ ਐਸਟੈਬਲਿਸ਼ ਕਰਨਾ ਇੱਕ ਹੋਰ ਰੀਜਨ ਬਣਿਆ। ਨੈਕਸਟ ਪੁਆਇੰਟ ਆ ਜਾਂਦਾ ਗੁੱਡ ਮੋਸਟ ਕਲਾਈਮੇਟ। ਮੋਸਟ ਕਲਾਈਮੇਟ ਮਤਲਬ ਨਮੀ ਵਾਲਾ, ਜਿਹਦੇ ਵਿੱਚ ਵਰਖਾ ਨਹੀਂ ਹੁੰਦੀ, ਜ਼ਿਆਦਾਤਰ ਹੁਮਸ ਵਾਲਾ ਔਰ ਨਮੀ ਵਾਲਾ ਮੌਸਮ ਬਣਿਆ ਰਹਿੰਦਾ ਹੈ। ਕਹਿੰਦੇ ਕਾਟਨ ਦੇ ਵਧਣ ਫੁੱਲਣ ਵਾਸਤੇ, ਚੰਗੀ ਗਰੋਥ ਵਾਸਤੇ ਇੱਕ ਗੁੱਡ ਵਧੀਆ ਕਿਸਮ ਦਾ ਮੋਸਟ ਕਲਾਈਮੇਟ ਚਾਹੀਦਾ ਹੈ। ਇਸ ਕਰਕੇ ਇਹੀ ਇੱਥੇ ਕਲਾਈਮੇਟ ਅਵੇਲੇਬਲ ਸੀ, ਤਾਂ ਕਰਕੇ ਮੁੰਬਈ ਔਰ ਗੁਜਰਾਤ ਦੇ ਵਿੱਚ ਇਸ ਦੀਆਂ ਮਿਲਸ ਐਸਟੈਬਲਿਸ਼ ਕੀਤੀਆਂ ਗਈਆਂ। ਨੈਕਸਟ ਪੁਆਇੰਟ ਵਿੱਚ ਦੱਸਿਆ ਗਿਆ ਕਿ ਇੰਡੀਆ ਵੱਲੋਂ ਮੇਨ ਤੌਰ 'ਤੇ ਜਾਪਾਨ, USA, UK, ਫਰਾਂਸ, ਸ਼੍ਰੀਲੰਕਾ, ਨੇਪਾਲ ਔਰ ਈਸਟ ਯੂਰਪੀਅਨ ਕੰਟਰੀਜ਼ ਨੂੰ ਕਾਟਨ ਟੈਕਸਟਾਈਲ ਦੇ ਪ੍ਰੋਡਕਟ ਦਾ ਐਕਸਪੋਰਟ ਕੀਤਾ ਜਾਂਦਾ ਹੈ। ਸੈਕਿੰਡ ਲਾਸਟ ਪੁਆਇੰਟ ਸਾਡੇ ਕੋਲ ਆ ਜਾਂਦਾ ਹੈ ਕਾਟਨ ਟੈਕਸਟਾਈਲ ਇਜ਼ ਪ੍ਰੋਡਿਊਸਡ ਬਾਈ ਦਾ 3 ਮੈਥਡਸ ਇਨ ਇੰਡੀਆ। ਕਿ ਇੰਡੀਆ ਦੇ ਵਿੱਚ ਕਾਟਨ ਟੈਕਸਟਾਈਲ ਦੀ 3 ਤਰੀਕਿਆਂ ਦੇ ਨਾਲ ਪ੍ਰੋਡਕਸ਼ਨ ਕੀਤੀ ਜਾਂਦੀ ਹੈ। ਫਸਟ ਪੁਆਇੰਟ ਹੈਂਡਲੂਮ, ਸੈਕਿੰਡ ਪਾਵਰਲੂਮ, ਥਰਡ ਮਿਲਸ। ਲੂਮ ਵਰਡ ਆਉਂਦਾ, ਲੂਮ ਦਾ ਮਤਲਬ ਹੁੰਦਾ ਕਿ ਇੱਕ ਅਜਿਹਾ ਇੰਸਟਰੂਮੈਂਟ ਜਿਸ ਦੀ ਹੈਲਪ ਦੇ ਨਾਲ ਕਾਟਨ ਨੂੰ ਥਰੈਡ ਦੇ ਵਿੱਚ ਜਾਂ ਜਾਰਨ ਦੇ ਵਿੱਚ ਕਨਵਰਟ ਕੀਤਾ ਜਾਂਦਾ ਹੈ। ਹੈਂਡਲੂਮ ਤੋਂ ਮਤਲਬ ਕਿ ਕਾਟਨ ਨੂੰ
ਯਾਰਨ ਦੇ ਵਿੱਚ ਕਨਵਰਟ ਕਰਨ ਵਾਲਾ ਇੰਸਟਰੂਮੈਂਟ ਹੱਥ ਦੇ ਨਾਲ ਚਲਾਇਆ ਜਾਂਦਾ ਹੈ। ਪਾਵਰ ਲੂਮ ਦਾ ਮਤਲਬ ਕਿ ਇਸ ਇੰਸਟਰੂਮੈਂਟ ਨੂੰ ਬਿਜਲੀ ਦੀ ਹੈਲਪ ਦੇ ਨਾਲ ਚਲਾਇਆ ਜਾਂਦਾ ਹੈ। ਥਰਡ ਪੁਆਇੰਟ ਆ ਜਾਂਦਾ ਹੈ ਮਿਲਸ, ਕਿ ਜਦੋਂ ਕਾਟਨ ਟੈਕਸਟਾਈਲ ਦੀ ਸਾਨੂੰ ਜ਼ਿਆਦਾ ਕੁਆਂਟੀਟੀ ਦੇ ਵਿੱਚ ਲੋੜ ਪੈਂਦੀ ਹੈ, ਨੀਡ ਹੁੰਦੀ ਹੈ, ਉਸ ਸਮੇਂ ਫਿਰ ਵੱਡੀਆਂ ਵੱਡੀਆਂ ਮਿਲਸ ਐਸਟੈਬਲਿਸ਼ਮੈਂਟ ਕੀਤੀਆਂ ਜਾਂਦੀਆਂ ਨੇ। ਲਾਸਟ ਪੁਆਇੰਟ ਸਾਡੇ ਕੋਲ ਆ ਜਾਂਦਾ ਹੈ ਕਾਟਨ ਟੈਕਸਟਾਈਲ ਇੰਡਸਟਰੀ ਇਨਵੋਲਵਸ ਗਾਈਨਿੰਗ, ਸਪਾਈਨਿੰਗ, ਵੀਵਿੰਗ, ਡਾਈਇੰਗ, ਡਿਜ਼ਾਈਨਿੰਗ, ਟੇਲਰਿੰਗ ਐਂਡ ਪੈਕਿੰਗ ਟੂ ਪ੍ਰੋਡਿਊਸ ਰੈਡੀਮੇਡ ਗਾਰਮੈਂਟਸ। ਮੀਨਸ ਕਾਟਨ ਟੈਕਸਟਾਈਲ ਇੰਡਸਟਰੀ ਵਿੱਚ ਵੇਰੀਅਸ ਵਰਕਸ ਇਨਕਲੂਡ ਕੀਤੇ ਜਾਂਦੇ ਨੇ। ਫਸਟ ਆ ਜਾਂਦਾ ਗਾਈਨਿੰਗ। ਗਾਈਨਿੰਗ ਵਰਕ ਹੁੰਦਾ ਹੈ ਕਿ ਜਦੋਂ ਅਸੀਂ ਖੇਤਾਂ ਦੇ ਵਿੱਚੋਂ ਕਪਾਹ ਕੱਢਦੇ ਹਾਂ, ਉਸ ਕਪਾਹ ਦੇ ਪੌਦੇ ਤੋਂ ਕਾਟਨ ਅਲੱਗ ਕਰਨ ਦੇ ਵਰਕ ਨੂੰ ਅਸੀਂ ਗਾਈਨਿੰਗ ਬੋਲਦੇ ਹਾਂ। ਇਸ ਨੂੰ ਅਸੀਂ ਪੰਜਾਈ ਦਾ ਵਰਕ ਵੀ ਆਖਦੇ ਹਾਂ। ਸਪਾਈਨਿੰਗ ਹੁੰਦਾ ਹੈ ਕਤਾਈ ਕਰਨਾ, ਮਤਲਬ ਕਾਟਨ ਤੋਂ ਥਰੈਡ ਤਿਆਰ ਕਰ ਲੈਣਾ। ਨੈਕਸਟ ਆ ਜਾਂਦਾ ਵੀਵਿੰਗ, ਕਿ ਤਿਆਰ ਕੀਤੇ ਗਏ ਥਰੈਡ ਨੂੰ ਵੀਵ ਕਰ ਲੈਣਾ, ਬੁਣ ਲੈਣਾ। ਡਾਈਇੰਗ ਹੁੰਦਾ ਕਿ ਰੰਗ ਕਰਨਾ। ਜਿਵੇਂ ਸਾਨੂੰ ਪਤਾ ਕਿ ਅਸੀਂ ਜੋ ਵੀ ਖੇਤਾਂ ਦੇ ਵਿੱਚ ਕਾਟਨ ਤਿਆਰ ਕਰਦੇ ਹਾਂ ਉਹ ਵਾਈਟ ਕਲਰ ਦਾ ਹੈ, ਇਸ ਤੋਂ ਫਿਰ ਥਰੈਡ ਵੀ ਵਾਈਟ ਕਲਰ ਦਾ ਹੀ ਤਿਆਰ ਹੁੰਦਾ ਹੈ। ਇਸ ਨੂੰ ਅਲੱਗ-ਅਲੱਗ ਕਲਰ ਦੇਣ ਵਾਸਤੇ, ਵੱਖ-ਵੱਖ ਰੰਗਾਂ ਦਾ ਤਿਆਰ ਕਰਨ ਵਾਸਤੇ ਇਸ ਨੂੰ ਫਿਰ ਰੰਗ ਕੀਤਾ ਜਾਂਦਾ ਹੈ। ਡਿਜ਼ਾਈਨਿੰਗ, ਕਿ ਜੋ ਵੀ ਧਾਗੇ ਦੇ ਨਾਲ ਕੱਪੜਾ ਬੁਣ ਲਿਆ ਜਾਂਦਾ ਹੈ, ਰੰਗ ਕਰ ਲਿਆ ਜਾਂਦਾ, ਉਸ ਤੋਂ ਬਾਅਦ ਇਸ ਨੂੰ ਅਲੱਗ-ਅਲੱਗ ਡਿਜ਼ਾਈਨ ਦਿੱਤੇ ਜਾਂਦੇ। ਕਿਸ 'ਤੇ ਫਲਾਵਰਸ ਪਾਏ ਜਾਂਦੇ, ਕਿਸ 'ਤੇ ਵੇਲਸ ਪਾਈਆਂ ਜਾਂਦੀਆਂ ਨੇ, ਜਾਂ ਕਿਸ 'ਤੇ ਬਰਡਸ ਵਗੈਰਾ ਦੇ ਕੁਝ ਸਾਇੰਸ ਜਿਹੜੇ ਆ ਉਹ ਪ੍ਰਿੰਟ ਕੀਤੇ ਜਾਂਦੇ ਨੇ। ਨੈਕਸਟ ਆ ਜਾਂਦਾ ਟੇਲਰਿੰਗ, ਕਿ ਫਿਰ ਇਸ ਕੱਪੜੇ ਨੂੰ ਸੀਨ ਲਿਆ ਜਾਂਦਾ ਹੈ। ਲਾਸਟ ਆ ਜਾਂਦਾ ਪੈਕਿੰਗ ਟੂ ਪ੍ਰੋਡਿਊਸ ਰੈਡੀਮੇਡ ਗਾਰਮੈਂਟਸ, ਅਤੇ ਕਈ ਵਾਰੀ ਫਿਰ ਇਸ ਕੱਪੜੇ ਨੂੰ ਰੈਡੀਮੇਡ ਕੱਪੜਾ ਬਣਾਉਣ ਵਾਸਤੇ ਵੀ ਪੈਕ ਕਰਕੇ ਦੂਸਰੀਆਂ ਇੰਡਸਟਰੀ ਨੂੰ ਭੇਜ ਦਿੱਤਾ ਜਾਂਦਾ ਹੈ, ਜੋ ਕਿ ਰੈਡੀਮੇਡ ਕੱਪੜਾ ਤਿਆਰ ਕਰਦੀਆਂ ਨੇ। ਲਾਸਟ 2 ਪੁਆਇੰਟਸ ਵਿੱਚ ਜੋ ਸਾਡੇ ਕੋਲ ਵਰਡਸ ਆਏ ਨੇ, ਹੈਂਡਲੂਮ, ਪਾਵਰਲੂਮ, ਮਿਲਸ ਜਾਂ ਗਾਈਨਿੰਗ, ਸਪਾਈਨਿੰਗ, ਵੀਵਿੰਗ ਐਕਸੈਟਰਾ, ਇਹ ਸਾਰੇ ਤੁਹਾਡੇ ਵਾਸਤੇ ਇੱਕ ਨਿਊ ਹੈ, ਕਿਉਂਕਿ ਹੁਣ ਅਜਿਹੇ ਵਰਕ ਸਾਡੇ ਘਰ ਦੇ ਵਿੱਚ ਨਹੀਂ ਕੀਤੇ ਜਾਂਦੇ। ਸੋ ਇਹਨਾਂ ਦੀ ਮੋਰ ਕਲੈਰੀਫਿਕੇਸ਼ਨ ਵਾਸਤੇ ਮੈਂ ਨੈਕਸਟ ਸਲਾਈਡ ਦੇ ਵਿੱਚ ਇਹਨਾਂ ਦੀਆਂ ਪਿਕਸ ਜਿਹੜੀਆਂ ਲਗਾਈਆਂ, ਤੁਸੀਂ ਇਹਨਾਂ ਨੂੰ ਕੇਅਰਫੁਲੀ ਓਬਜ਼ਰਵ ਕਰ ਲੈਣਾ। ਨੈਕਸਟ ਟੌਪਿਕ ਸਾਡੇ ਕੋਲ ਆਉਂਦਾ ਹੈ ਚੈਲੰਜਸ ਟੂ ਕਾਟਨ ਟੈਕਸਟਾਈਲ ਇੰਡਸਟਰੀਜ਼, ਕਿ ਇਸ ਇੰਡਸਟਰੀ ਦੀਆਂ ਮੁਸ਼ਕਿਲਾਂ ਕੀ ਨੇ, ਕੀ ਇਹਨਾਂ ਨੂੰ ਚੈਲੰਜਸ ਦਾ ਸਾਹਮਣਾ ਕਰਨਾ ਪੈਂਦਾ ਹੈ। ਫਸਟ ਪੁਆਇੰਟ ਆ ਜਾਂਦਾ ਹੈ ਸਕਾਰਸਿਟੀ ਆਫ ਗੁੱਡ ਕੁਆਲਿਟੀ ਕਾਟਨ, ਕਿ ਇੰਡੀਆ ਦੇ ਵਿੱਚ ਵਧੀਆ ਕਿਸਮ ਦੇ ਕਾਟਨ ਦੀ ਕਮੀ ਹੈ, ਸਕਾਰਸਿਟੀ ਕਮੀ ਹੋਣਾ। ਸੈਕੰਡ ਆ ਜਾਂਦਾ ਮੇਨ ਕਾਟਨ ਗਰੋਇੰਗ ਏਰੀਆ ਵੈਂਟ ਟੂ ਪਾਕਿਸਤਾਨ ਡਿਊਰਿੰਗ ਡਿਵੀਜ਼ਨ, ਕਿ ਇੰਡੀਆ ਦੀ ਜਦੋਂ ਪਾਰਟੀਸ਼ਨ ਹੋਈ ਆ 1947 ਦੇ ਵਿੱਚ, ਉਦੋਂ ਬਹੁਤ ਸਾਰਾ ਏਰੀਆ ਜਿੱਥੇ ਕਿ ਕਾਟਨ ਉਗਾਇਆ ਜਾਂਦਾ ਸੀ ਉਹ ਪਾਕਿਸਤਾਨ ਦੇ ਵਿੱਚ ਚਲਾ ਗਿਆ, ਪਾਕਿਸਤਾਨ ਦੇ ਹਿੱਸੇ ਆ ਗਿਆ। ਥਰਡ ਆਉਂਦਾ ਹੈ ਓਲਡ ਮਸ਼ੀਨਰੀ, ਕਿ ਮਿਲਸ ਮਾਲਕ ਹੈ ਜੋ ਇੰਡਸਟਰੀ ਦੇ ਜੋ ਓਨਰਸ ਹੁੰਦੇ ਆ, ਇਹਨਾਂ ਵੱਲੋਂ ਪੁਰਾਣੀ ਹੀ ਮਸ਼ੀਨਰੀ ਯੂਜ਼ ਕੀਤੀ ਜਾਂਦੀ ਆ। ਐਰੈਟਿਕ ਪਾਵਰ ਸਪਲਾਈ, ਕਿ ਬਿਜਲੀ ਲਗਾਤਾਰ ਨਹੀਂ ਆਉਂਦੀ, ਬਿਜਲੀ ਕਈ ਘੰਟੇ ਬੰਦ ਹੋ ਜਾਂਦੀ ਹੈ, ਜਿਸ ਦੇ ਨਾਲ ਇਹ ਵਰਕ ਰੁਕ ਜਾਂਦਾ ਹੈ, ਜਿਸ ਦੇ ਨਾਲ ਇਹਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋ ਆਊਟਪੁੱਟ ਫਰੋਮ ਲੇਬਰ, ਕਿ ਜੋ ਵੀ ਇਹਨਾਂ ਇੰਡਸਟਰੀ ਵਿੱਚ ਲੇਬਰ ਵਰਕ ਕਰਦੀ ਆ ਉਹਨਾਂ ਨੂੰ ਕੰਮ ਦੀ ਪੂਰੀ ਟ੍ਰੇਨਿੰਗ ਨਹੀਂ ਹੁੰਦੀ, ਇਸ ਕਰਕੇ ਉਹ ਆਪਣੀ ਕਪੈਸਿਟੀ ਦੇ ਅਨੁਸਾਰ ਵਰਕ ਨਹੀਂ ਕਰ ਪਾਉਂਦੇ। ਟਫ ਕੰਪੀਟੀਸ਼ਨ ਫਰੋਮ ਦਾ ਸਿੰਥੈਟਿਕ ਫਾਈਬਰ, ਕਿ ਇਸ ਦੀ ਜਗ੍ਹਾ 'ਤੇ ਜੋ ਸਿੰਥੈਟਿਕ ਆਰਟੀਫਿਸ਼ੀਅਲ ਫਾਈਬਰ ਤਿਆਰ ਕੀਤੀ ਜਾਂਦੀ ਹੈ ਉਸ ਦੇ ਪ੍ਰੋਡਕਟ ਜ਼ਿਆਦਾ ਵਧੀਆ ਹੋ ਜਾਂਦੇ ਨੇ, ਇਸ ਕਰਕੇ ਇਹਨੂੰ ਉਹਦੇ ਨਾਲ ਕੰਪੀਟੀਸ਼ਨ ਕਰਨਾ ਪੈਂਦਾ ਹੈ, ਔਰ ਉਹ ਸਿੰਥੈਟਿਕ ਫਾਈਬਰ ਦੇ ਪ੍ਰੋਡਕਟ ਚੀਪਲੀ ਅਵੇਲੇਬਲ ਹੁੰਦੇ ਨੇ, ਇਸ ਕਰਕੇ ਉਹਨਾਂ ਦੀ ਮਾਰਕੀਟ ਜ਼ਿਆਦਾ ਹੈ, ਔਰ ਕਾਟਨ ਟੈਕਸਟਾਈਲ ਦੇ ਜੋ ਪ੍ਰੋਡਕਟ ਤਿਆਰ ਕੀਤੇ ਜਾਂਦੇ ਨੇ ਉਹਨਾਂ ਦੀ ਮਾਰਕੀਟ ਘੱਟ ਜਾਂਦੀ ਹੈ। ਨੈਕਸਟ ਸਾਡੇ ਕੋਲ ਆ ਜਾਂਦਾ ਜੂਟ ਟੈਕਸਟਾਈਲ। ਜੂਟ ਦਾ ਮੀਨਿੰਗ ਹੁੰਦਾ ਹੈ ਸਾਣ। ਇੰਡੀਆ ਜੂਟ ਦਾ ਲਾਰਜੈਸਟ ਪ੍ਰੋਡਿਊਸਰ ਹੈ, ਕਿ ਸਭ ਤੋਂ ਜ਼ਿਆਦਾ ਜੂਟ ਤਿਆਰ ਕਰਦਾ ਹੈ, ਔਰ ਇਸ ਦੇ ਪ੍ਰੋਡਕਟ ਤਿਆਰ ਕਰਕੇ ਨੇੜਲੇ ਆਪਣੇ ਨੇਬਰਿੰਗ ਕੰਟਰੀਜ਼ ਨੂੰ ਐਕਸਪੋਰਟ ਕੀਤੇ ਜਾਂਦੇ ਨੇ। ਜੂਟ ਮੇਨ ਤੌਰ 'ਤੇ ਵੈਸਟ ਬੰਗਾਲ ਵਿੱਚ ਹੁਗਲੀ ਰਿਵਰ ਦੇ
ਕੋਲ ਜੋ ਇਲਾਕੇ ਪੈਂਦੇ ਨੇ ਇਸ ਦੇ ਇਲਾਕਿਆਂ ਦੇ ਵਿੱਚ ਤਿਆਰ ਕੀਤੀ ਜਾਂਦੀ ਹੈ। ਅਸੀਂ ਆਪਣੇ ਘਰਾਂ ਦੇ ਵਿੱਚ ਕੋਈ ਮੈਟ, ਚਟਾਈ ਜਾਂ ਸੇਬੇ ਵਾਲੀਆਂ ਬੋਰੀਆਂ ਵੇਖਦੇ ਹਾਂ, ਇਹ ਸਾਰੀਆਂ ਜੂਟ ਤੋਂ ਹੀ ਤਿਆਰ ਕੀਤੀਆਂ ਜਾਂਦੀਆਂ ਹਨ। ਪੁਰਾਣੇ ਸਮੇਂ ਦੇ ਵਿੱਚ ਇਸ ਦੀ ਰੋਪ ਦੀ ਵਰਤੋਂ ਮੰਜੀਆਂ ਦੀ ਉਣਾਈ ਕਰਨ ਵਾਸਤੇ ਵੀ ਕੀਤੀ ਜਾਂਦੀ ਸੀ, ਕਿਉਂਕਿ ਉਸ ਸਮੇਂ ਵੈਸਟ ਬੰਗਾਲ ਤੋਂ ਇਲਾਵਾ ਹੋਰ ਵੀ ਕੋਈ ਸਟੇਟਸ ਜਾਂ ਰੀਜਨਸ ਹੈਗੇ ਸਨ, ਇਲਾਕੇ ਸਨ ਜਿਨ੍ਹਾਂ ਵਿੱਚ ਜੂਟ ਦੀ ਫਸਲ ਤਿਆਰ ਕੀਤੀ ਜਾਂਦੀ ਸੀ। ਪੰਜਾਬ ਦੇ ਵਿੱਚ ਵੀ ਇਹ ਫਸਲ ਤਿਆਰ ਕੀਤੀ ਜਾਂਦੀ ਰਹੀ ਹੈ। ਜੋ ਆਪਣੇ ਗ੍ਰੈਂਡ ਪੇਰੈਂਟਸ ਨੇ ਉਹਨਾਂ ਦੇ ਦੱਸਣ ਦੇ ਅਨੁਸਾਰ ਜਦੋਂ ਇਸ ਦਾ ਪਲਾਂਟ ਵੱਡਾ ਹੋ ਜਾਂਦਾ ਸੀ, ਖੇਤਾਂ ਵਿੱਚ ਉਸ ਨੂੰ ਕੱਟ ਕੇ ਲਿਆ ਕੇ ਆਪਣੇ ਪਿੰਡ ਦਾ ਜੋ ਛੱਪੜ ਹੁੰਦਾ ਸੀ, ਪੌਂਡ ਹੁੰਦਾ ਸੀ, ਉਸ ਦੇ ਵਿੱਚ ਕੁਝ ਦਿਨਾਂ ਤੱਕ ਇਸ ਨੂੰ ਭਿਉਂ ਦਿੱਤਾ ਜਾਂਦਾ ਸੀ, ਡੁਬੋ ਦਿੱਤਾ ਜਾਂਦਾ ਸੀ। ਕੁਝ ਦਿਨਾਂ ਬਾਅਦ ਇਸ ਨੂੰ ਫਿਰ ਛੱਪੜ ਦੇ ਪਾਣੀ ਵਿੱਚੋਂ ਕੱਢ ਕੇ ਲਿਆਇਆ ਜਾਂਦਾ ਸੀ ਔਰ ਜਦੋਂ ਇਹ ਪਾਣੀ ਦੇ ਵਿੱਚ ਡੁੱਬਿਆ ਰਹਿੰਦਾ ਸੀ, ਇਸ ਦਾ ਉੱਪਰਲਾ ਛਿਲਕਾ ਕਾਫੀ ਹਲਕਾ ਹੋ ਜਾਂਦਾ ਸੀ। ਇਸ ਨਰਮ ਛਿਲਕੇ ਨੂੰ ਫਿਰ ਉਤਾਰ ਕੇ ਇਸ ਦੀ ਰੋਪ ਤਿਆਰ ਕਰ ਲਈ ਜਾਂਦੀ ਸੀ। ਇਸ ਰੋਪ ਤੋਂ ਅਲੱਗ-ਅਲੱਗ ਤਰ੍ਹਾਂ ਦੇ ਪ੍ਰੋਡਕਟ ਘਰਾਂ ਦੇ ਵਿੱਚ ਹੀ ਬੈਗਸ ਵਗੈਰਾ ਤਿਆਰ ਕਰ ਲਏ ਜਾਂਦੇ ਸਨ। ਅਕੋਰਡਿੰਗ ਟੂ ਬੁੱਕ ਵੀ ਹੈਵ ਸਮ ਮੇਨ ਪੁਆਇੰਟਸ ਅੰਡਰ ਦੀ ਪੈਰਾਗ੍ਰਾਫ ਜੂਟ ਟੈਕਸਟਾਈਲ। फर्स्ट पॉइंट, इंडिया इज़ द लार्जेस्ट प्रोड्यूसर ऑफ रॉ जूट एंड जूट गुड्स कि भारत जूट कच्चा जूट पैदा करने वाला और जूट के प्रोडक्ट तैयार करने वाला एक वड्डा उत्पादक है। देयर आर अबाउट 70 जूट मिल्स इन आवर कंट्री। साडे देश दे विच तकरीबन 70 सन दीआं मिल्लां जूट दीआं मिल्लां हन। सैकेंड पॉइंट, फर्स्ट जूट मिल, सब तो पहली जूट मिल ब्रिटिश वालों 1859 ਦੇ ਵਿੱਚ ਰਿਸ਼ਰਾ ਕੋਲਕਾਤਾ ਦੇ ਇਲਾਕੇ ਦੇ ਵਿੱਚ ਲਗਾਈ ਗਈ। ਥਰਡ ਪੁਆਇੰਟ, ਜੂਟ ਤੋਂ ਮੇਨ ਤੌਰ 'ਤੇ ਅਸੀਂ ਰੋਪ, ਬੈਗ, ਕਾਰਪੇਟ ਐਕਸੈਕਟਰਾ ਤਿਆਰ ਕਰਦੇ ਹਾਂ। ਫੋਰਥ ਪੁਆਇੰਟ ਸਾਡੇ ਕੋਲ ਆ ਜਾਂਦਾ ਹੈ ਕਿ ਜੂਟ ਦੀ ਪ੍ਰੋਡਕਸ਼ਨ ਮੇਨ ਤੌਰ 'ਤੇ ਹੁਗਲੀ ਰਿਵਰ ਔਰ ਇਸ ਰਿਵਰ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਕੀਤੀ ਜਾਂਦੀ ਹੈ। ਇਸ ਦੇ ਕੋਈ ਰੀਜਨਸ ਦੱਸੇ ਜਾਂਦੇ ਨੇ ਕਿ ਕਿਉਂ ਇੱਥੇ ਪ੍ਰੋਡਕਸ਼ਨ ਕੀਤੀ ਜਾਂਦੀ ਹੈ। ਫਸਟ ਪੁਆਇੰਟ ਆ ਜਾਂਦਾ ਹੈ ਰॉ ਜੂਟ ਇਜ਼ ਅਵੇਲੇਬਲ ਫਾਰ ਵੈਸਟ ਬੰਗਾਲ, ਮੀਨਸ ਵੈਸਟ ਬੰਗਾਲ ਵਾਸਤੇ ਰॉ ਜੂਟ ਅਵੇਲੇਬਲ ਹੈ। ਸੈਕੰਡ, ਇਨ ਐਕਸਪੈਂਸਿਵ ਵਾਟਰ ਟਰਾਂਸਪੋਰਟ ਕਿ ਵਾਟਰ ਟਰਾਂਸਪੋਰਟ ਜਿਹੜੀ ਘੱਟ ਖਰਚੀਲੀ ਹੈ। ਥਰਡ ਪੁਆਇੰਟ, ਅ ਗੁੱਡ ਨੈਟਵਰਕ ਆਫ ਰੇਲਵੇ, ਰੋਡਵੇਜ਼ ਐਂਡ ਵਾਟਰਵੇਜ਼ ਟੂ ਫੈਸਿਲਿਟੇਟ ਮੂਵਮੈਂਟ ਆਫ ਰॉ ਮਟੀਰੀਅਲ ਟੂ ਦਾ ਮਿਲਸ ਕਿ ਮਿਲ ਤੱਕ ਰॉ ਮਟੀਰੀਅਲ ਪਹੁੰਚਾਉਣ ਵਾਸਤੇ ਰੋਡ, ਰੇਲਵੇ, ਵਾਟਰਵੇ ਹਰੇਕ ਤਰ੍ਹਾਂ ਦੇ ਆਵਾਜਾਈ ਦੇ ਸਾਧਨਾਂ ਦੀ ਸਹੂਲਤ ਅਵੇਲੇਬਲ, ਫੈਸਿਲਿਟੀ ਅਵੇਲੇਬਲ ਹੈ। ਫੋਰਥ, ਅਬੰਡੈਂਟ ਵਾਟਰ ਫਾਰ ਪ੍ਰੋਸੈਸਿੰਗ ਰॉ ਜੂਟ ਕਿ ਰॉ ਜੂਟ ਪੈਦਾ ਕਰਨ ਵਾਸਤੇ ਜਾਂ ਇਸ ਨੂੰ ਬਾਅਦ ਵਿੱਚ ਜੋ ਪ੍ਰੋਸੈਸ ਇਸ ਨੂੰ ਵਿੱਚੋਂ ਇੰਪਿਓਰਿਟੀਜ਼ ਅਲੱਗ ਕਰਨੀਆਂ ਜਾਂ ਇਸ ਦੀਆਂ ਰੋਪਸ ਵਗੈਰਾ ਤਿਆਰ ਕਰਨੀਆਂ ਜਾਂ ਇਸ ਨੂੰ ਸੌਫਟ ਕਰਨ ਵਾਸਤੇ ਪਾਣੀ ਦੇ ਵਿੱਚ ਡੋਬ ਕੇ ਰੱਖਣਾ, ਕਿਸ ਤਰ੍ਹਾਂ ਵੀ ਕੋਈ ਐਕਟੀਵਿਟੀ ਕਰਨੀ ਹੈ, ਉਹ ਸਾਰੇ ਕੰਮਾਂ ਵਾਸਤੇ ਬਹੁਤ ਸਾਰਾ ਪਾਣੀ ਇਸ ਇਲਾਕੇ ਦੇ ਵਿੱਚ ਅਵੇਲੇਬਲ ਹੈ। ਨੈਕਸਟ ਆ ਜਾਂਦਾ ਹੈ ਚੀਪ ਲੇਬਰ ਫਰੋਮ ਵੈਸਟ ਬੰਗਾਲ ਐਂਡ ਐਡਜੋਇਨਿੰਗ ਸਟੇਟਸ। ਵੈਸਟ ਬੰਗਾਲ ਦੇ ਵਿੱਚ ਵੀ ਕਹਿੰਦੇ ਸਸਤੀ ਲੇਬਰ ਹੈਗੀ ਹੈ। ਇਸ ਤੋਂ ਇਲਾਵਾ ਅਗਰ ਹੋਰ ਲੇਬਰ ਦੀ ਲੋੜ ਪੈਂਦੀ ਹੈ ਕਿ ਵੈਸਟ ਬੰਗਾਲ ਇੱਕ ਅਜਿਹੀ ਸਟੇਟ ਹੈ ਜਿਸ ਦੇ ਕੋਲ ਉੱਤਰ ਪ੍ਰਦੇਸ਼, ਉੜੀਸਾ, ਬਿਹਾਰ ਦੇ ਇਲਾਕੇ ਪੈਂਦੇ ਜਿੱਥੇ ਕਿ ਲੇਬਰ ਕਾਫੀ ਫ੍ਰੀ ਹੁੰਦੀ ਆ। ਇਹ ਲੇਬਰ ਇੱਥੇ ਫਿਰ ਵੈਸਟ ਬੰਗਾਲ ਦੇ ਵਿੱਚ ਜਾ ਕੇ ਵਰਕ ਕਰ ਲੈਂਦੀ ਹੈ। ਲਾਸਟ ਪੁਆਇੰਟ ਆ ਜਾਂਦਾ ਹੈ ਕੋਲਕਾਤਾ ਐਜ਼ ਏ ਲਾਰਜ ਅਰਬਨ ਸੈਂਟਰ ਪ੍ਰੋਵਾਈਡਸ ਬੈਂਕਿੰਗ, ਇੰਸ਼ੋਰੈਂਸ ਐਂਡ ਪੋਰਟ ਫੈਸਿਲਿਟੀ ਫਾਰ ਐਕਸਪੋਰਟ ਆਫ ਜੂਟ ਗੁੱਡਸ। ਮੀਨਸ ਕੋਲਕਾਤਾ ਇੱਕ ਵੱਡਾ ਸ਼ਹਿਰ ਹੈ ਜਿੱਥੇ ਜੂਟ ਪ੍ਰੋਡਿਊਸ ਕਰਨ ਵਾਲੇ ਫਾਰਮਰਸ ਨੂੰ ਬੈਂਕਿੰਗ, ਇੰਸ਼ੋਰੈਂਸ ਜਾਂ ਇਸ ਨੂੰ ਪੋਰਟ ਕਰਨ ਵਾਸਤੇ, ਐਕਸਪੋਰਟ ਕਰਨ ਵਾਸਤੇ ਬੰਦਰਗਾਹ ਦੀ ਪੋਰਟ ਦੀ ਸਹੂਲਤ ਈਜ਼ਲੀ ਅਵੇਲੇਬਲ ਹੈ। ਸੋ ਥੀਸ ਆਰ ਸਮ ਪੁਆਇੰਟਸ ਡਿਊ ਟੂ ਜੂਟ ਇਜ਼ ਪ੍ਰੋਡਿਊਸਡ ਇਨ ਵੈਸਟ ਬੰਗਾਲ। ਨੈਕਸਟ ਸਾਡੇ ਕੋਲ ਆ ਜਾਂਦਾ ਹੈ ਚੈਲੰਜਸ ਫੇਸਡ ਬਾਏ ਦਾ ਜੂਟ ਇੰਡਸਟਰੀ ਕਿ ਜੂਟ ਇੰਡਸਟਰੀ ਨੂੰ ਕਿਹੋ ਜਿਹੇ ਚੈਲੰਜਸ ਫੇਸ ਕਰਨੇ ਪੈਂਦੇ ਆ, ਸਾਹਮਣਾ ਕਰਨਾ ਪੈਂਦਾ ਹੈ। ਇਸ ਦੇ ਵਿੱਚ ਆ ਜਾਂਦਾ ਸਟਿਫ ਕੰਪੀਟੀਸ਼ਨ ਇਨ ਇੰਟਰਨੈਸ਼ਨਲ ਮਾਰਕੀਟ ਕਿ ਅੰਤਰਰਾਸ਼ਟਰੀ ਮਾਰਕੀਟ ਦੇ ਵਿੱਚ ਜੋ ਸਿੰਥੈਟਿਕ ਫਾਈਬਰ ਇਹਦੇ ਸਬਸਟੀਟਿਊਟ ਇਸ ਦੇ ਬਦਲੇ ਵਰਤ ਲਈ ਜਾਂਦੀ ਆ, ਉਹ ਨੈਚੁਰਲ ਜੂਟ ਦੀ ਬਜਾਏ ਸਸਤੀ ਹੁੰਦੀ ਆ। ਇਸ ਤੋਂ ਇਲਾਵਾ ਬੰਗਲਾਦੇਸ਼, ਬ੍ਰਾਜ਼ੀਲ, ਫਿਲੀਪਾਈਨਸ, ਇਜਿਪਟ, ਥਾਈਲੈਂਡ ਦੇ ਵਿੱਚ ਜੋ ਜੂਟ ਤਿਆਰ ਕੀਤੀ ਜਾਂਦੀ ਆ ਉਹ ਵੀ ਇੱਕ ਕੰਪੀਟੀਟਰ ਦੇ ਤੌਰ 'ਤੇ ਕੰਮ ਕਰਦੀ ਆ, ਕਿਉਂਕਿ ਅਗਰ ਇਹਨਾਂ ਵੱਲੋਂ ਇੰਡੀਆ ਦੇ ਟ੍ਰੇਡਰਸ ਨੂੰ ਚੀਪਲੀ ਜੂਟ ਐਕਸਪੋਰਟ ਕਰ ਦਿੱਤੀ ਜਾਵੇ ਤਾਂ ਫਿਰ ਇੰਡੀਆ ਦੇ ਵਿੱਚ ਜੋ ਜੂਟ ਮਿਲਸ ਨੇ ਉਹਨਾਂ ਨੂੰ ਕਾਫੀ ਲਾਸ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਪ੍ਰੋਬਲਮ ਦੇ ਸੋਲੂਸ਼ਨ ਵਜੋਂ 2005 ਦੇ ਵਿੱਚ ਇੰਡੀਆ ਗੌਰਮੈਂਟ ਵੱਲੋਂ ਨੈਸ਼ਨਲ ਜੂਟ ਪਾਲਿਸੀ ਪਾਸ ਕੀਤੀ ਗਈ, ਜਿਸ ਦਾ ਉਦੇਸ਼ ਸੀ ਕਿ ਇਹਦੀ ਪ੍ਰੋਡਕਟਿਵਿਟੀ, ਪੈਦਾਵਾਰ ਦੇ ਵਿੱਚ ਵਾਧਾ ਕੀਤਾ ਜਾਵੇ, ਇਹਦੀ ਕੁਆਲਿਟੀ ਦੇ ਵਿੱਚ ਸੁਧਾਰ ਕੀਤਾ ਜਾਵੇ ਔਰ ਜੋ ਕਿਸਾਨ ਜੂਟ ਦੀ ਪੈਦਾਵਾਰ ਕਰਦੇ ਹਨ ਉਸ ਨੂੰ ਇਸ ਦਾ ਵਧੀਆ ਮੁੱਲ ਦਿੱਤਾ ਜਾਵੇ। ਪਰ ਹੈਕਟੇਅਰ ਦਾ ਜੋ ਝਾੜ ਹੁੰਦਾ ਹੈ
उसदे विच भी वाधा किया जाए ताकि किसान नूं वध तो वध इसका बेनीफिट मिल सके। एग्रो बेस्ड इंडस्ट्री विच लास्ट इंडस्ट्री साडे कोल आ जाती है शुगर इंडस्ट्री। शुगर इंडस्ट्री की इंपोर्टेंस की है, इस पैराग्राफ अंदर कोई मेन पॉइंट्स की है। सब तो फर्स्ट पॉइंट साडे कोल आ जाता है कि इंडिया स्टैंड्स सैकेंड एज ए वर्ल्ड प्रोड्यूसर ऑफ द शुगर, कि इंडिया वर्ल्ड दे विच सैकेंड पोजीशन ते आउंदा है जो कि सब तो ज़्यादा शुगर की पैदावार, खंड की पैदावार करता है। सैकेंड पॉइंट दे विच दस्सिया गया कि इंडिया फर्स्ट प्लेस दे विच आउंदा है जो कि गुड़ अते मिश्री की पैदावार, खंडसरी मिश्री की पैदावार करता है। थर्ड पॉइंट विच आउंदा है कि इस इंडस्ट्री में जो मटीरीयल रॉ मटीरीयल यूज़ किया जाता है वो काफ़ी बल्कि काफ़ी भारा होंदा है। फोर्थ पॉइंट इट इज़ द सैकेंड लार्जेस्ट एग्रोबेस्ड, कि एग्रोबेस्ड इंडस्ट्री जो असी पढ़ के आए हैं कॉटन, जूट जां हुण असी शुगर इंडस्ट्री पढ़ रहे हैं, इन्हां दे विचों कॉटन तो बाद दूसरी सब तो वड्डी इंडस्ट्री शुगर इंडस्ट्री है। नैक्सट पॉइंट आ जाता कि 2010-11 दे विच इंडिया विच 662 शुगर मिल सन जो कि देश दीयां अलग अलग स्टेट्स जिवें उत्तर प्रदेश, बिहार, महाराष्ट्र एक्सैट्रा विच एस्टैबलिश ने। लास्ट पॉइंट आ जाता है मोस्ट ऑफ द मिल्स आर नीयर द शुगर कल्टीवेटेड एरियाज, कि इन्हां विचों बहुत सारियां मिल्स अजिहियां ने जो शुगर केन कल्टीवेटेड एरिया के काफ़ी नेड़े ने। नैक्सट आ जाता है मेजर चैलेंजिस, कि इस इंडस्ट्री नूं किहड़े-किहड़े चैलेंज का सामना करना पैंदा है। फर्स्ट पॉइंट आ जाता कि इस इंडस्ट्री का नेचर सीजनल है, मतलब कि यह इंडस्ट्री एक सीजन के चलती है, एक सीजन के बंद रह जाती है क्योंकि कमाद की शुगर केन की फसल 1 ईयर के बाद आती है। सैकेंड पॉइंट आ जाता है ओल्ड एंड इनएफिशिएंट मैथड्स ऑफ प्रोडक्शन, कि इसकी प्रोडक्शन के तरीके जिहड़े पुराने अते ना प्रभावित ने। थर्ड पॉइंट आ जाता है ट्रांसपोर्ट डिले, कई बार जो ट्रांसपोर्ट जो मिल्स के कमाद फैक्ट्रियों के कमाद पहुँचाने वाले ट्रांसपोर्ट के साधन आ वो देरी के नाल पहुँचते जिस नाल इसका काम रुक जाता है। लास्ट पॉइंट आ जाता नीड टू मैक्सीमाइज द यूज ऑफ द बैगैसिस। बैगैसिस एक और रहंद खुंद प्रोडक्ट पदार्थ होंदा है जो कि शुगर केन टू शुगर तैयार करने तो बाद बचता है। इस पॉइंट के विच आख्या गया कि इस प्रोडक्ट नूं वध तो वध बालन के तौर पर वरतना चाहिए है ताकि ये रहंद खुंद जो भी मिल्स दे विच रहंद खुंद पई हुंदी आ उहदा जल्दी दे नाल निपटारा हो जाए। सो ये सन साडे कोल 3 एग्रो बेस्ड इंडस्ट्रीज।